ਮੂਸੇਵਾਲਾ ਨੂੰ ਸੀ ਖਤਰੇ ਦਾ ਅੰਦਾਜ਼ਾ। ਅਮਰੀਕਾ ਤੋਂ ਮੰਗਵਾ ਰਹੇ ਸਨ ਬੁਲਟ ਪ੍ਰੂਫ ਜੈਕਟ। ਹਥਿਆਰਾਂ ਦੇ ਡੀਲਰ ਵਿੱਕੀ ਮਾਨ ਸਲੋਦੀ ਨੇ ਨਿਊਜ਼ 18 ਦੇ ਨਾਲ ਸਾਂਝੀ ਕੀਤੀ ਮੂਸੇਵਾਲਾ ਦੇ ਨਾਲ ਹੋਈ ਗੱਲਬਾਤ। ਗੋਲਡੀ ਬਰਾੜ ਦੀ ਭੈਣ ਨੇ ਲਾਰੈਂਸ ਬਿਸ਼ਨੋਈ ਦੇ ਨਾਲ ਤਾਲੁਕ ਤੋਂ ਕੀਤਾ ਇਨਕਾਰ। ਨਿਊਜ਼ 18 ਤੇ ਬੋਲੀ, ਲਾਰੈਂਸ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਪਤੀ ਗੁਰਿੰਦਰ ਗੋਰਾ ਵੀ 1.5 ਸਾਲ ਤੋਂ ਜੇਲ੍ਹ ਵਿੱਚ ਹੈ ਬੰਦ। ਮੂਸੇਵਾਲਾ ਦੇ ਗ੍ਰਿਫਤਾਰ ਗੁਨਾਹਗਾਰਾਂ ਦੇ ਨਾਲ ਹੋਵੇਗਾ ਲਾਰੈਂਸ ਦਾ ਸਾਹਮਣਾ। ਆਮੋ ਸਾਹਮਣੇ ਬਿਠਾ ਕੇ ਪੁਲਿਸ ਕਰੇਗੀ ਪੁੱਛਗਿੱਛ। ਹੁਣ ਤੱਕ 9 ਮੁਲਜ਼ਮਾਂ ਨੂੰ ਕੀਤਾ ਗਿਆ ਹੈ ਗ੍ਰਿਫਤਾਰ। ਅਗਨੀਪਥ ਨੂੰ ਲੈ ਕੇ ਪੂਰੇ ਹਰਿਆਣਾ ਵਿੱਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ। ਸੜਕਾਂ ਤੇ ਉਤਰੇ ਨੌਜਵਾਨ। ਕਈ ਥਾਈਂ ਸੜਕਾਂ ਅਤੇ ਰੇਲਵੇ ਲਾਈਨਾਂ ਤੇ ਲਾਏ ਧਰਨੇ। ਅਗਨੀਪਥ ਸਕੀਮ ਤੇ ਬਵਾਲ ਦੇ ਵਿਚਾਲੇ ਰੱਖਿਆ ਮੰਤਰੀ ਦੀ ਨੌਜਵਾਨਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ। ਰਾਜਨਾਥ ਸਿੰਘ ਨੇ ਕਿਹਾ ਭਰਤੀ ਦੀ ਤਿਆਰੀ ਕਰਨ ਨੌਜਵਾਨ। ਤਾਂ ਅਮਿਤ ਸ਼ਾਹ ਨੇ ਕਿਹਾ ਅਗਨੀਪਥ ਦੇ ਜ਼ਰੀਏ ਸੁਨਹਿਰੀ ਭਵਿੱਖ ਵੱਲ ਵਧਣਗੇ ਕਦਮ। ਫਿਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ। 1 ਮਹੀਨੇ ਦੀ ਮਿਲੀ ਪੈਰੋਲ। यूपी के बागपत ਦੇ ਵਿੱਚ ਰਹੇਗਾ ਡੇਰਾ ਮੁਖੀ। ਰਾਮਚੰਦ ਛਤਰਪਤੀ ਦੇ ਬੇਟੇ ਅੰਸ਼ੁਲ ਨੇ ਕਾਨੂੰਨੀ ਚੁਣੌਤੀ ਦੇਣ ਦੀ ਕਹੀ ਗੱਲ। ਪੈਰੋਲ ਮਿਲਣ ਤੋਂ ਬਾਅਦ ਸਾਹਮਣੇ ਆਈ ਡੇਰਾ ਮੁਖੀ ਦੀ ਪਹਿਲੀ ਤਸਵੀਰ। ਡੇਰਾ ਸੱਚਾ ਸੌਦਾ ਵੱਲੋਂ ਜਾਰੀ ਕੀਤੇ ਗਏ ਵੀਡੀਓ ਵਿੱਚ ਸਮਰਥਕਾਂ ਨੂੰ ਬੋਲਿਆ ਰਾਮ ਰਹੀਮ, ਆਪਣੇ ਘਰਾਂ ਵਿੱਚ ਹੀ ਰਹੋ ਅਤੇ ਮੈਨੇਜਮੈਂਟ ਦੇ ਆਦੇਸ਼ਾਂ ਤੇ ਚਲੋ। ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਤਾਰ ਅਜੇ ਦਿਨ ਸੰਗਰੂਰ ਦੇ ਵਿੱਚ ਕੀਤਾ ਰੋਡ ਸ਼ੋਅ। ਵਿਰੋਧੀਆਂ ਤੇ ਵਾਰ ਕਰਦਿਆਂ ਬੋਲੇ, ਪਿਛਲੀਆਂ ਸਰਕਾਰਾਂ ਨੇ ਪੈਦਾ ਕੀਤੇ ਗੈਂਗਸਟਰ, ਪਰ ਮੇਰੀ ਸਰਕਾਰ ਕਰੇਗੀ ਸਫਾਈ। ਸੰਗਰੂਰ ਦੇ ਵਿੱਚ ਸੁਖਬੀਰ ਬਾਦਲ ਦਾ ਵੀ ਪ੍ਰਚਾਰ ਜਾਰੀ। ਧੁਰੀ ਦੇ ਵਿੱਚ ਪ੍ਰਦਰਸ਼ਨਕਾਰੀ ਫਾਰਮੇਸੀ ਉਪਵੈਦ ਯੂਨੀਅਨ ਦੇ ਮੈਂਬਰਾਂ ਦੇ ਨਾਲ ਕੀਤੀ ਮੁਲਾਕਾਤ। ਹਰ ਸੰਭਵ ਮਦਦ ਦਾ ਦਿੱਤਾ ਭਰੋਸਾ। ਲੁਧਿਆਣਾ ਵਿੱਚ ਦੋ ਗੁੱਟਾਂ ਦੇ ਵਿਚਾਲੇ ਹੋਈ ਤਕਰਾਰ। ਘਰ ਦੇ ਬਾਹਰ ਕਈ ਲੋਕਾਂ ਨੇ ਕੀਤੀ ਭੰਨਤੋੜ। ਪੁਲਿਸ ਸਾਹਮਣੇ ਹੀ ਇੱਕ ਸ਼ਖਸ ਦੇ ਨਾਲ ਬੁਰੀ ਤਰ੍ਹਾਂ ਕੀਤੀ ਕੁੱਟਮਾਰ। ਫਿਰੋਜ਼ਪੁਰ ਦੇ ਪਿੰਡ ਲੁਥਰ ਦੇ ਨੇੜੇ ਨਹਿਰ ਦੇ ਵਿੱਚ ਪਿਆ ਪਾੜ। ਨਾਲ ਲੱਗਦੇ ਖੇਤਾਂ ਦੇ ਵਿੱਚ ਭਰਿਆ ਪਾਣੀ। ਕਿਸਾਨਾਂ ਦਾ ਇਲਜ਼ਾਮ ਸਫਾਈ ਨਾ ਹੋਣ ਕਰਕੇ ਟੁੱਟਿਆ ਨਹਿਰ ਦਾ ਕੰਢਾ। न्यूज़ 18 पंजाब हरियाणा हिमाचल वेख रहे दर्शकों का स्वागत है। मैं हां गगनदीप चौहान। काश एक कवच होंदा। यह सवाल क्यों ਅਸੀਂ उठा रहे हैं? क्योंकि न्यूज़ 18 ਤੇ एक्सक्लूसिव जानकारी ਜਿਹੜੀ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣ ਜਾ ਰਹੇ ਹਾਂ। ਮੂਸੇਵਾਲਾ ਕਤਲकांड ਦੇ ਨਾਲ ਜੁੜੀ ਵੱਡੀ ਖਬਰ ਹੈ। ਸਿੱਧੂ ਮੂਸੇਵਾਲਾ ਨੂੰ ਆਪਣੇ ਤੇ ਹਮਲੇ ਦਾ ਅੰਦਾਜ਼ਾ ਸੀ। ਬਚਾਅ ਦੀ ਤਿਆਰੀਆਂ ਦੇ ਵਿੱਚ ਜੁਟਿਆ ਸੀ ਸਿੱਧੂ ਮੂਸੇਵਾਲਾ। ਤੇ ਇਸ ਦੇ ਲਈ ਬਕਾਇਦਾ ਤਿਆਰੀ ਕਿਵੇਂ ਕੀਤੀ ਗਈ ਸੀ? ਅਮਰੀਕਾ ਤੋਂ ਮੰਗਵਾ ਰਿਹਾ ਸੀ ਬੁਲਟ ਪ੍ਰੂਫ ਜੈਕਟ। ਸਿੱਧੂ ਮੂਸੇਵਾਲਾ ਅਮਰੀਕਾ ਤੋਂ ਬੋਡੀ ਆਰਮਰ ਮੰਗਵਾਉਣ ਦੀ ਤਿਆਰੀ ਕਰ ਰਿਹਾ ਸੀਗਾ। ਅਹਿਮ ਖਬਰ ਇਸ ਵੇਲੇ ਦੱਸ ਰਹੇ ਹਾਂ, ਸਿੱਧੂ ਮੂਸੇਵਾਲਾ ਨੂੰ ਆਪਣੇ ਤੇ ਹੋਣ ਵਾਲੇ ਹਮਲੇ ਦਾ ਅੰਦਾਜ਼ਾ ਸੀ। ਯਾਨੀ ਕਿਤੇ ਨਾ ਕਿਤੇ ਇਹ ਹਮਲਾ ਜਿਹੜਾ ਸਿੱਧੂ ਮੂਸੇਵਾਲਾ ਤੇ 29 ਮਈ ਨੂੰ ਹੋਇਆ ਹੈ, ਸਿੱਧੂ ਮੂਸੇਵਾਲਾ ਨੂੰ ਕਿਤੇ ਨਾ ਕਿਤੇ ਖਦਸ਼ਾ ਪਹਿਲਾਂ ਤੋਂ ਸੀ ਕਿ ਇਸ ਤਰੀਕੇ ਦਾ ਹਮਲਾ ਹੋ ਸਕਦਾ ਹੈ। ਔਰ ਅਮਰੀਕਾ ਤੋਂ ਜਿਹੜਾ ਹੈਗਾ ਬੋਡੀ ਆਰਮਰ ਮੰਗਾਈ ਜਾ ਰਹੀ ਸੀਗੀ। ਅਮਰੀਕਾ ਤੋਂ ਬੁਲਟ ਪ੍ਰੂਫ ਜੈਕਟ ਮੰਗਾ ਰਹੇ ਸੀ ਸਿੱਧੂ ਮੂਸੇਵਾਲਾ। ਹਥਿਆਰਾਂ ਦੇ ਵੱਡੇ ਡੀਲਰ ਵਿੱਕੀ ਮਾਨ ਸਲੋਦੀ ਨੇ ਖੁਲਾਸਾ ਕੀਤਾ ਹੈ। ਹੁਣ ਦੱਸ ਦਈਏ, ਮੂਸੇਵਾਲਾ ਕਤਲकांड ਦੇ ਨਾਲ ਜੁੜੀ ਇਹ ਵੱਡੀ ਖਬਰ ਹੈ, ਅਹਿਮ ਖਬਰ ਹੈ ਕਿ ਸਿੱਧੂ ਮੂਸੇਵਾਲਾ ਨੇ ਜਿਹੜਾ ਹੈਗਾ ਪਹਿਲਾਂ ਹੀ ਅੰਦਾਜ਼ਾ ਲਾ ਲਿਆ ਸੀਗਾ ਕਿ ਇਸ ਤਰੀਕੇ ਦਾ ਅਟੈਕ ਹੋ ਸਕਦਾ ਹੈ। ਸਿੱਧੂ ਮੂਸੇਵਾਲਾ ਨੂੰ ਇਸ ਖਤਰੇ ਦਾ ਅੰਦਾਜ਼ਾ ਸੀ ਤੇ ਬਚਾਅ ਦੀ ਤਿਆਰੀਆਂ ਵਿੱਚ ਸਿੱਧੂ ਮੂਸੇਵਾਲਾ ਜੁਟਿਆ ਹੋਇਆ ਸੀ। ਔਰ ਇਸ ਦੇ ਲਈ ਬਕਾਇਦਾ ਬੋਡੀ ਆਰਮਰ ਮੰਗਾਉਣ ਦੀ, ਬੁਲਟ ਪ੍ਰੂਫ ਜੈਕਟ ਮੰਗਾਉਣ ਦੀ ਤਿਆਰੀ ਸਿੱਧੂ ਮੂਸੇਵਾਲਾ ਨੇ ਕੀਤੀ ਹੋਈ ਸੀ। ਨਿਊਜ਼ 18 ਪੰਜਾਬ ਦੇ ਨਾਲ ਐਕਸਕਲੂਸਿਵ ਗੱਲਬਾਤ ਕੀਤੀ ਹੈ ਵਿੱਕੀ ਮਾਨ ਸਲੋਦੀ ਨੇ ਤੇ ਖੁਲਾਸਾ ਕੀਤਾ ਹੈ ਕਿ ਕਾਂਗਰਸ ਵਿੱਚ ਸ਼ਾਮਿਲ ਹੋਣ ਤੋਂ ਪਹਿਲਾਂ ਮੂਸੇਵਾਲਾ ਦੇ ਨਾਲ ਉਹਨਾਂ ਦੀ ਗੱਲ ਹੋਈ ਸੀ। ਉਹਨਾਂ ਨੂੰ ਕਾਫੀ ਕੁਝ ਉਹਨਾਂ ਨੇ ਦੱਸਿਆ ਸੀ ਬੋਡੀ ਆਰਮਰ ਦੇ ਬਾਰੇ। ਵਿੱਕੀ ਮਾਨ ਸਲੋਦੀ ਬਾਰੇ ਦੱਸ ਦਿੰਦੇ ਆ। ਬਹੁਤ ਵੱਡੇ ਆਰਮ ਡੀਲਰ ਅਮਰੀਕਾ ਦੇ ਨੇ ਵਿੱਕੀ ਮਾਨ ਸਲੋਦੀ ਤੇ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਸਰਕਾਰੀ ਜਿਹੜੀ ਸੁਰੱਖਿਆ ਏਜੰਸੀਆਂ ਨੇ ਉਹਨਾਂ ਨੂੰ ਹਥਿਆਰ ਸਪਲਾਈ ਕਰਦੇ ਨੇ। ਸਰਕਾਰੀ ਤੇ ਨਿੱਜੀ ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਹਥਿਆਰ ਸਪਲਾਈ ਕਰਦੇ ਨੇ ਵਿੱਕੀ ਮਾਨ ਸਲੋਦੀ। ਵੱਡਾ ਨਾਂ ਹੈਗਾ ਆਰਮਸ ਡੀਲਿੰਗ ਦੇ ਵਿੱਚ ਅਮਰੀਕਾ ਦੇ ਵਿੱਚ। ਵਿੱਕੀ ਮਾਨ ਸਲੋਦੀ ਨੇ ਨਿਊਜ਼ 18 ਦੇ ਨਾਲ ਇਹ ਖੁਲਾਸਾ ਕੀਤਾ ਖਾਸ ਗੱਲਬਾਤ ਦੇ ਵਿੱਚ ਕਿ ਸਿੱਧੂ ਮੂਸੇਵਾਲਾ ਨੇ ਉਹਨਾਂ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਤੋਂ ਬੋਡੀ ਆਰਮਰ ਦੇ ਬਾਰੇ ਜਾਣਕਾਰੀ ਮੰਗੀ ਸੀ, ਬੁਲਟ ਪ੍ਰੂਫ ਜੈਕਟ ਦੇ ਬਾਰੇ ਜਾਣਕਾਰੀ ਮੰਗੀ ਸੀ। ਸਿੱਧੂ ਮੂਸੇਵਾਲਾ ਤਿਆਰੀ ਕਰ ਰਹੇ ਸਨ। ਕਿਤੇ ਨਾ ਕਿਤੇ ਜ਼ਿਹਨ ਦੇ ਵਿੱਚ ਇੱਕ ਖਦਸ਼ਾ ਸੀਗਾ ਕਿ ਉਹਨਾਂ ਤੇ ਇਹ ਹਮਲਾ ਹੋ ਸਕਦਾ ਹੈ ਔਰ ਉਸ ਹਮਲੇ ਤੋਂ ਬਚਣ ਦੇ ਲਈ
ਜੇਕਰ ਕੋਈ ਵੀ ਹਾਲਾਤ ਅਜਿਹੇ ਬਣਦੇ ਨੇ ਉਸ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ ਸਿੱਧੂ ਮੂਸੇਵਾਲਾ ਤਿਆਰੀ ਕਰ ਰਹੇ ਸਨ। ਬੋਡੀ ਆਰਮਰ ਜਿਹੜਾ ਹੈਗਾ ਉਹਨਾਂ ਨੇ ਮੰਗਵਾਇਆ ਸੀ, ਜਿਹੜਾ US ਤੋਂ ਜਿਹੜਾ ਹੈਗਾ ਉਹ ਮੰਗਵਾਉਣਾ ਚਾਹੁੰਦੇ ਸੀ। ਔਰ ਇਹ ਗੱਲ ਜਿਹੜੀ ਹੈਗੀ ਨਿਕਲ ਕੇ ਸਾਹਮਣੇ ਆਈ ਹੈ। ਵਿੱਕੀ ਮਾਨ ਸਲੋਦੀ ਨੇ ਖਾਸ ਗੱਲਬਾਤ ਕੀਤੀ ਹੈ ਨਿਊਜ਼ 18 ਪੰਜਾਬ ਦੇ ਨਾਲ। ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਨੇ ਵਿੱਕੀ ਮਾਨ ਸਲੋਦੀ ਦੇ ਨਾਲ ਇੱਕ ਗੱਲਬਾਤ ਕੀਤੀ, ਉਹ ਗੱਲਬਾਤ ਵੀ ਤੁਹਾਨੂੰ ਸੁਣਾਵਾਂਗੇ। ਅਹਿਮ ਜਿਹੜਾ ਹੈਗਾ ਖੁਲਾਸਾ ਸਿੱਧੂ ਮੂਸੇਵਾਲਾ ਦੇ ਕਤਲकांड ਦੇ ਨਾਲ ਜੁੜਿਆ ਕਿ ਸਿੱਧੂ ਮੂਸੇਵਾਲਾ ਨੂੰ ਆਪਣੇ ਤੇ ਹੋਣ ਵਾਲੇ ਹਮਲੇ ਦਾ ਅੰਦਾਜ਼ਾ ਸੀ। ਸੋ ਸਿੱਧੂ ਮੂਸੇਵਾਲਾ ਦੇ ਨਾਲ ਲੰਮੇ ਵਕਤ ਤੋਂ ਸੰਪਰਕ ਦੇ ਵਿੱਚ ਰਹੇ ਵਿੱਕੀ ਮਾਨ ਸਲੋਦੀ ਨੇ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਦੇ ਨਾਲ ਗੱਲਬਾਤ ਕਰਦਿਆਂ ਇਹ ਦਾਅਵਾ ਕੀਤਾ ਹੈ ਕਿ ਮੂਸੇਵਾਲਾ ਅਮਰੀਕਾ ਤੋਂ ਬੁਲਟ ਪ੍ਰੂਫ ਜੈਕਟ ਮੰਗਵਾ ਰਿਹਾ ਸੀ। ਵਿੱਕੀ ਮਾਨ ਸਲੋਦੀ ਅਮਰੀਕਾ ਦੇ ਵਿੱਚ ਹਥਿਆਰਾਂ ਦੇ ਵੱਡੇ ਡੀਲਰ ਨੇ, ਵੱਡਾ ਕਾਰੋਬਾਰ। ਔਰ ਤੁਹਾਨੂੰ ਦੱਸ ਦਈਏ ਕਿ ਆਰਮਸ ਦੀ ਜਿਹੜੀ ਪਾਲਿਸੀ ਹੈ, ਹਥਿਆਰਾਂ ਦੀ ਪਾਲਿਸੀ ਅਮਰੀਕਾ ਵਿੱਚ ਹਾਲਾਂਕਿ ਓਪਨ ਆਰਮ ਪਾਲਿਸੀ ਹੈਗੀ, ਕੋਈ ਵੀ ਸ਼ਖਸ ਹਥਿਆਰ ਖਰੀਦ ਸਕਦਾ ਹੈ, ਪਰ ਵਿੱਕੀ ਮਾਨ ਸਲੋਦੀ ਸਿਰਫ ਤੇ ਸਿਰਫ ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੂੰ ਹਥਿਆਰ ਸਪਲਾਈ ਕਰਦੇ ਨੇ। ਔਰ ਉਹਨਾਂ ਦੇ ਕੋਲ ਅਤਿਆਧੁਨਿਕ ਹਥਿਆਰ ਦੀ ਸਾਰੀ ਰੇਂਜ ਜਿਹੜੀ ਹੈਗੀ ਉਹਨਾਂ ਦੇ ਕੋਲ ਜ਼ਿਆਦਾਤਰ ਰੇਂਜ ਜਿਹੜੀ ਹੈਗੀ ਉਹ ਮੌਜੂਦ ਹੈ। ਇਸ ਦੇ ਨਾਲ ਹੀ ਹਥਿਆਰਾਂ ਦੇ ਨਾਲ ਸੁਰੱਖਿਆ ਦੇ ਨਾਲ ਜੁੜੇ ਖੇਤਰ ਦੀ ਜਿਹੜੀ ਤਕਨੀਕ ਹੁੰਦੀ ਹੈ ਉਸ ਤੇ ਖਿੱਤੇ ਵਿੱਚ ਵੀ ਉਹ ਜਿਹੜਾ ਹੈਗਾ ਵਪਾਰ ਕਰਦੇ ਨੇ। ਬੋਡੀ ਆਰਮਰ ਦਾ ਜਿਹੜਾ ਹੈਗਾ ਉਹਨਾਂ ਦਾ ਵੱਡਾ ਕਾਰੋਬਾਰ ਹੈਗਾ। ਵਿੱਕੀ ਮਾਨ ਸਲੋਦੀ ਨੇ ਇਹ ਖੁਲਾਸਾ ਜਿਹੜਾ ਹੈਗਾ ਸਾਡੇ ਸਹਿਯੋਗੀ ਉਮੇਸ਼ ਸ਼ਰਮਾ ਦੇ ਨਾਲ ਐਕਸਕਲੂਸਿਵ ਗੱਲਬਾਤ ਦੇ ਵਿੱਚ ਇਹ ਖੁਲਾਸਾ ਕੀਤਾ ਕਿ ਸਿੱਧੂ ਮੂਸੇਵਾਲਾ ਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਕੋਈ ਖਤਰਾ ਹੈਗਾ ਔਰ ਇਸੇ ਕਰਕੇ ਉਹਨਾਂ ਨੇ ਬੋਡੀ ਆਰਮਰ ਦੇ ਲਈ ਗੱਲਬਾਤ ਕੀਤੀ। ਇਹ ਬੁਲਟ ਪ੍ਰੂਫ ਜੈਕਟ ਦਾ ਜ਼ਿਕਰ ਜਦੋਂ ਆਇਆ, ਕਦੋਂ ਤੁਹਾਡੇ ਨਾਲ ਗੱਲ ਹੋਈ ਇਹ ਔਰ ਜੈਕਟ ਪਹੁੰਚੀ ਨਹੀਂ, ਇਹਦੇ ਬਾਰੇ ਜਰਾ ਵਿਸਤਾਰ ਨਾਲ ਦੱਸੋ। ਦੇਖੋ ਜੀ, ਪਿਛਲੇ ਸਾਲ ਮੂਸੇਵਾਲਾ ਸਾਹਿਬ ਦਾ ਮੈਨੂੰ ਇੱਕ ਸਨੈਪਚੈਟ ਤੇ ਵੌਇਸ ਨੋਟ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਬੁਲਟ ਪ੍ਰੂਫ ਵੈਸਟ ਦੀ ਸਖਤ ਜ਼ਰੂਰਤ ਆ ਤੇ ਉਹਨਾਂ ਦੇ ਕੋਈ ਦੋਸਤ ਉਰੇ ਆਏ ਹੋਏ ਨੇ ਜੀ। ਤੇ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ, ਉਹਨਾਂ ਨੂੰ ਦੱਸਿਆ ਵੀ ਦੋ ਤਰੀਕੇ ਦੀਆਂ ਬੁਲਟ ਪ੍ਰੂਫ ਵੈਸਟ ਨੇ, ਇੱਕ ਜਿਹਨੂੰ ਆਪਾਂ ਸੌਫਟ ਬੋਡੀ ਆਰਮਰ ਕਹਿ ਦਿੰਦੇ ਆ ਤੇ ਇੱਕ ਜਿਹੜੀ ਹਾਰਡ ਬੋਡੀ ਆਰਮਰ ਆ। ਜਿਹੜਾ ਸੌਫਟ ਬੋਡੀ ਆਰਮਰ ਆ ਸਮਾਲ ਕੈਲੀਬਰ ਥ੍ਰੈਟਸ ਜਿਵੇਂ ਕਿ 9 ਮਿਲੀਮੀਟਰ 40 ਸਮਿਥ ਐਂਡ ਵੈਸਨ, 45 ACP, 357 ਸੈਗ, 32 ਬੋਰ ਤੇ 357 ਮੈਗਨਮ, 44 ਮੈਗਨਮ ਵਰਗੇ ਛੋਟੇ ਕਾਰਟ੍ਰਿਜ ਸਟਾਪ ਕਰ ਸਕਦੀ ਆ। ਤੇ ਮੈਂ ਉਹਨਾਂ ਨੂੰ ਦੱਸਿਆ ਕਿ ਅਗਰ ਉਹਨਾਂ ਨੂੰ ਕੋਈ ਹਾਇਰ ਥ੍ਰੈਟ ਹੈਗਾ ਤਾਂ ਉਹਨਾਂ ਨੂੰ ਹਾਰਡ ਬੋਡੀ ਆਰਮਰ ਬਾਰੇ ਸੋਚਣਾ ਚਾਹੀਦਾ ਜੋ ਕਿ ਇੱਕ SLR ਦੇ ਰਾਉਂਡ ਤੱਕ ਥ੍ਰੈਟ ਸਟਾਪ ਕਰ ਸਕਦੀ ਆ। ਤੇ ਉਸ ਤੋਂ ਬਾਅਦ ਉਹ ਮੈਨੂੰ ਕਹਿੰਦੇ ਵੀ ਮੈਂ ਦੇਖਣਾ ਚਾਹੁੰਦਾ ਕਿ ਹਾਰਡ ਬੋਡੀ ਆਰਮਰ ਕੈਸਾ। ਸੋ ਮੈਂ ਉਹਨਾਂ ਨੂੰ ਵੀਡੀਓ ਕਾਲ ਤੇ ਹਾਰਡ ਬੋਡੀ ਆਰਮਰ ਦਿਖਾਇਆ ਤੇ ਉਹਨਾਂ ਨੇ weight ਵਗੈਰਾ ਪੁੱਛਿਆ ਤੇ ਉਹ ਕਹਿੰਦੇ ਵੀ ਇਹ ਤਾਂ ਪਾ ਕੇ ਰੱਖਣਾ ਬਹੁਤ ਔਖਾ। ਸੋ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਉਹਨਾਂ ਦੇ ਕੋਈ ਮਿੱਤਰ ਮੈਨੂੰ ਕੰਟੈਕਟ ਕਰਨਗੇ ਤੇ ਜੋ ਰਿਕੁਆਇਰਮੈਂਟਸ ਹੋਣਗੀਆਂ ਪੂਰੀਆਂ ਕਰ ਲੈਣਗੇ ਤੇ ਉਹ ਬੋਡੀ ਆਰਮਰ ਮੇਰੇ ਕੋਲ ਲੈ ਜਾਣਗੇ। ਤੇ ਨਾ ਤਾਂ ਉਸ ਤੋਂ ਬਾਅਦ ਮੈਨੂੰ ਉਹਨਾਂ ਦੇ ਕਿਸੇ ਮਿੱਤਰ ਦਾ ਫੋਨ ਆਇਆ, ਨਾ ਮੈਨੂੰ ਕਿਸੇ ਨੇ ਕੰਟੈਕਟ। ਤੇ ਇਸੇ ਖਬਰ ਤੇ ਜਿਹੜੀ ਇਹ ਤੁਸੀਂ ਇਸ ਵੇਲੇ ਦੀ ਗੱਲਬਾਤ ਦੇਖੀ ਹੈਗੀ ਹੈ, ਇਸ ਗੱਲਬਾਤ ਨੂੰ ਸਾਡੇ ਸਹਿਯੋਗੀ ਉਮੇਸ਼ ਨੇ ਕੀਤਾ ਸੀਗਾ ਵਿੱਕੀ ਮਾਨ ਸਲੋਦੀ ਦੇ ਨਾਲ। ਉਮੇਸ਼ ਸਾਡੇ ਨਾਲ ਜੁੜ ਰਹੇ ਨੇ। ਉਮੇਸ਼, ਸਿੱਧੂ ਮੂਸੇਵਾਲਾ ਨੂੰ ਅੰਦਾਜ਼ਾ ਹੋ ਗਿਆ ਸੀਗਾ ਕਿਤੇ ਨਾ ਕਿਤੇ ਖਤਰਾ ਕਿੰਨਾ ਵੱਡਾ ਹੈਗਾ, ਬੋਡੀ ਆਰਮਰ ਮੰਗਾਉਣ ਦੀ ਤਿਆਰੀ ਸਿੱਧੂ ਮੂਸੇਵਾਲਾ ਨੇ ਕਿਸੇ ਵੇਲੇ ਕੀਤੀ ਹੋਈ ਸੀ। ਬਿਲਕੁਲ, ਕਿਤੇ ਨਾ ਕਿਤੇ ਦੇਖੀ ਸਿੱਧੂ ਮੂਸੇਵਾਲਾ ਦੇ ਇਰਦ ਗਿਰਦ ਜਿਹੜਾ ਥ੍ਰੈਟ ਪਰਸੈਪਸ਼ਨ ਸੀਗਾ, ਖਤਰਾ ਸੀਗਾ, ਉਹ ਸਿੱਧੂ ਮੂਸੇਵਾਲਾ ਨੂੰ ਵੀ ਪਤਾ ਸੀਗਾ। ਤਾਂ ਹੀ ਇਹ ਸਾਰੀ ਚੀਜ਼ਾਂ ਹੋਈਆਂ ਕਿ ਬੁਲਟ ਪ੍ਰੂਫ ਜੈਕਟ ਦੀ ਗੱਲ ਕੀਤੀ। ਔਰ ਜੇ ਵਿੱਕੀ ਮਾਨ ਸਲੋਦੀ ਨੇ ਸਾਡੇ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਹਦੇ ਵਿੱਚ ਸਾਫ਼ ਕਿਹਾ ਕਿ ਸਨੈਪਚੈਟ ਤੇ ਵਾਇਸ ਨੋਟ ਆਇਆ ਸੀਗਾ ਕਿ ਬੁਲਟ ਪ੍ਰੂਫ ਜੈਕਟ ਦੇ ਬਾਰੇ ਗੱਲ ਕੀਤੀ ਹੈ। ਯਾਨੀ ਕਿ ਕਿਤੇ ਨਾ ਕਿਤੇ ਸਿੱਧੂ ਮੂਸੇਵਾਲਾ ਨੂੰ ਪਤਾ ਸੀਗਾ ਕਿ ਥ੍ਰੈਟ ਜਿਹਨਾਂ ਇਰਦ ਗਿਰਦ ਇੱਕ ਖਤਰਾ ਹੈਗਾ, ਇੱਕ ਥ੍ਰੈਟ ਪਰਸੈਪਸ਼ਨ ਹੈਗਾ, ਤਾਂ ਹੀ ਬੁਲਟ ਪ੍ਰੂਫ ਜੈਕਟ ਦੀ ਉਹ ਗੱਲ ਕਰਦੇ ਨੇ, ਤਾਂ ਹੀ ਬੁਲਟ ਪ੍ਰੂਫ ਜੈਕਟ ਦੇਖਦੇ ਨੇ। ਔਰ ਜਿਸ ਹਿਸਾਬ ਨਾਲ ਵਿੱਕੀ ਮਾਨ ਸਲੋਦੀ ਨੇ ਸਾਨੂੰ ਦੱਸਿਆ ਔਰ ਸੁਣਿਆ ਵੀ ਹੈ ਕਿ ਦੋ ਤਰ੍ਹਾਂ ਦੀ ਉਹਨਾਂ ਨੂੰ ਬੁਲਟ ਪ੍ਰੂਫ ਜੈਕਟ ਦਿਖਾਈ ਗਈ ਕਿ ਹੈਵੀ ਬੋਡੀ ਆਰਮਰ, ਇੱਕ ਉਸ ਤੋਂ ਘੱਟ ਜਿਹੜੀ ਉਹ ਵਾਲੀ ਬੋਡੀ ਆਰਮਰ। ਯਾਨੀ ਕਿ ਪੂਰੀ ਜਾਣਕਾਰੀ ਲਈ ਸਿੱਧੂ ਮੂਸੇਵਾਲੇ ਨੇ। ਯਾਨੀ ਕਿ ਕਿਤੇ ਨਾ ਕਿਤੇ ਇੱਕ ਬੰਦੇ ਨੂੰ ਅਹਿਸਾਸ ਜ਼ਰੂਰ ਹੁੰਦਾ ਕਿ ਹਾਂ ਮੇਰੇ ਇਰਦ ਗਿਰਦ ਜਿਹੜਾ ਖਤਰਾ ਹੈ ਉਸ ਤੋਂ ਬਚਾਉਣ ਲਈ ਕੀ ਮੈਂ ਕਰ ਸਕਦਾ, ਕੀ ਮੈਂ ਬੈਸਟ ਆਪਣੀ ਜਿਹੜੀ ਹੈਗੀ ਹੈ ਸਿਕਿਉਰਿਟੀ ਆਪਣੇ ਆਪ ਨੂੰ ਬਚਾ ਸਕਦਾ, ਉਸ ਨੂੰ ਲੈ ਕੇ ਹੀ ਇਹ ਸਾਰਾ ਬੁਲਟ ਪ੍ਰੂਫ ਜੈਕਟ ਦੀ ਜਿਹੜੀ ਗੱਲ ਚੱਲੀ ਹੈ। ਜੈਕਟ ਕਿਉਂ ਨਹੀਂ ਪਹੁੰਚੀ, ਜਿੱਦਾਂ ਵਿੱਕੀ ਮਾਨ ਸਲੋਦੀ ਨੇ ਦੱਸਿਆ
ਕਿ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਠੀਕ ਹੈ ਮੇਰਾ ਕੋਈ ਫਰੈਂਡ ਹੈ ਉਹ ਅਮਰੀਕਾ 'ਚ ਹੈ ਉਹ ਲੈ ਜਾਏਗਾ ਜਿਹੜੀ ਫਾਰਮੈਲਿਟੀਜ਼ ਹੋਣਗੀ ਔਰ ਇੱਕ ਇਹਦੀ ਫਾਰਮੈਲਿਟੀ ਹੁੰਦੀ ਹੈ ਐਦਾਂ ਨਹੀਂ ਤੁਸੀਂ ਕੋਈ ਵੀ ਕਿਉਂਕਿ ਇੱਕ ਇਹ ਸਮਾਨ ਉੱਦਾਂ ਦਾ ਹੈ ਕਿ ਤੁਸੀਂ ਐਵੇਂ ਨਹੀਂ ਜੈਕਟ ਚੱਕੀ ਤੇ ਪੈਕ ਕਰਕੇ ਭੇਜਤੀ ਬਕਾਇਦਾ ਇੱਕ ਜੈਕਟ ਨੰਬਰ ਹੁੰਦਾ ਹੈ ਇੱਕ ਡਾਕੂਮੈਂਟ ਕੱਟਦਾ ਹੈ ਪ੍ਰੋਪਰ ਉਹਦਾ ਇੱਕ ਬਿੱਲ ਹੁੰਦਾ ਹੈ ਤਮਾਮ ਚੀਜ਼ਾਂ ਸੀਗੀਆਂ ਔਰ ਜਿੱਦਾਂ ਵਿੱਕੀ ਮਾਨਸਲੂ ਨੇ ਦੱਸਿਆ ਕਿ ਜੈਕਟ ਦੇਖੀ ਵੀਡੀਓ ਕਾਲ ਤੇ ਜੈਕਟ ਦਿਖਾਈ ਯਾਨੀ ਕਿਤੇ ਨਾ ਕਿਤੇ ਥ੍ਰੈਟ ਪਰਸੈਪਸ਼ਨ ਨੂੰ ਭਾਂਪ ਲਿਆ ਸੀ ਉਹ ਖਰਚਾ ਸੀਗਾ ਸਿੱਧੂ ਮੂਸੇਵਾਲੇ ਨੂੰ ਕਿ ਮੇਰੇ ਇਰਦ ਗਿਰਦ ਜਿਹੜਾ ਖਤਰਾ ਹੈ ਉਸ ਤੋਂ ਬਚਣ ਲਈ ਮੈਂ ਕੀ ਬੈਸਟ ਕਰ ਸਕਦਾ ਉਹੀ ਸਿੱਧੂ ਮੂਸੇਵਾਲਾ ਉਸੇ ਜੈਕਟ ਨੂੰ ਲੈ ਕੇ ਹੀ ਅਮਰੀਕਾ ਦੇ ਜਿਹੜੇ ਕਿ ਵਿੱਕੀ ਮਾਨਸਲੂਦੀ ਉਹਨਾਂ ਦੇ ਜਾਣਕਾਰ ਸੀਗੇ ਔਰ ਉਹਨਾਂ ਦਾ ਗਨਸ ਦਾ ਜਿਸ ਹਿਸਾਬ ਨਾਲ ਹੈਗੀ ਹੈ ਕਿਉਂਕਿ ਉੱਥੇ ਤਾਂ ਲੀਗਲ ਸਾਰਾ ਕੁਝ ਹੈਗਾ ਔਰ ਗੱਲ ਉਹੀ ਹੈ ਕਿ ਕਿਤੇ ਨਾ ਕਿਤੇ ਅੰਦਾਜ਼ਾ ਸੀਗਾ ਸਿੱਧੂ ਮੂਸੇਵਾਲੇ ਨੂੰ ਕਿ ਖਤਰਾ ਹੈ ਤਾਂ ਹੀ ਇਹ ਬੁਲਟ ਪ੍ਰੂਫ ਜੈਕਟ ਦੀ ਗੱਲ ਕਰਨਾ ਤਾਂ ਹੀ ਜੈਕਟ ਬਾਰੇ ਜਾਣਕਾਰੀ ਹਾਸਿਲ ਕਰਨਾ ਹੈਵੀ ਬੋਡੀ ਆਰਮਰ ਔਰ ਸਾਰੀ ਜਾਣਕਾਰੀ ਲੈਣਾ ਬਹੁਤ ਕੁਝ ਦਰਸਾਉਂਦਾ ਹੈ ਕਿ ਬੰਦੇ ਨੂੰ ਅੰਦਾਜ਼ਾ ਸੀਗਾ ਜੀ ਬਿਲਕੁਲ ਅੰਦਾਜ਼ਾ ਕਿਤੇ ਨਾ ਕਿਤੇ ਸੀ ਉਮੇਸ਼ ਔਰ ਸਵਾਲ ਇੱਥੇ ਇਹ ਵੀ ਖੜਾ ਹੁੰਦਾ ਹੈ ਉਮੇਸ਼ ਵਿੱਕੀ ਮਾਨਸਲੂਦੀ ਦੇ ਨਾਲ ਸਿੱਧੂ ਮੂਸੇਵਾਲਾ ਦਾ ਤਾਲੁਕ ਹੋਇਆ ਕਿਵੇਂ ਕੰਟੈਕਟ ਕਿਵੇਂ ਹੋਇਆ ਕਿਉਂਕਿ ਉਹਨਾਂ ਨੇ ਤੁਹਾਡੇ ਨਾਲ ਗੱਲਬਾਤ ਦੇ ਵਿੱਚ ਤਾਂ ਪੂਰੀ ਡਿਟੇਲ ਦੱਸੀ ਹੈ ਪਰ ਤੁਹਾਡੇ ਕੋਲ ਜਾਣਨਾ ਚਾਹਾਂਗੇ ਤੁਸੀਂ ਜਦੋਂ ਸਵਾਲ ਕੀਤਾ ਉਹਨਾਂ ਨੂੰ ਕਿ ਤੁਸੀਂ ਮਿਲੇ ਕਿਵੇਂ ਸਿੱਧੂ ਮੂਸੇਵਾਲਾ ਨੂੰ ਤਾਂ ਉਹਨਾਂ ਦਾ ਕੀ ਕਹਿਣਾ ਸੀ ਦੇਖੋ ਮੈਂ ਵੀ ਇਹ ਸਵਾਲ ਪੁੱਛਿਆ ਸੀ ਕਿ ਤੁਹਾਡਾ ਰਾਬਤਾ ਕਿਵੇਂ ਕਾਇਮ ਹੋਇਆ ਸਿੱਧੂ ਮੂਸੇਵਾਲਾ ਨਾਲ ਤਾਂ ਵਿੱਕੀ ਮਾਨਸਲੂਦੀ ਦਾ ਕਹਿਣਾ ਹੈ ਕਿ ਇੱਕ ਕਾਮਨ ਫਰੈਂਡ ਦੇ ਜਰੀਏ ਸਿੱਧੂ ਮੂਸੇਵਾਲਾ ਨਾਲ ਉਹਨਾਂ ਦੀ ਗੱਲਬਾਤ ਹੋਣੀ ਸ਼ੁਰੂ ਹੋਈ ਔਰ ਜਦੋਂ ਗੱਲਬਾਤ ਹੋਣੀ ਸ਼ੁਰੂ ਹੋਈ ਤਾਂ ਵਿੱਕੀ ਮਾਨਸਲੂਦੀ ਵੀ ਕਾਫੀ ਗਨਸ ਦੇ ਸ਼ੌਕੀਨ ਹੈ ਉੱਥੇ ਸਿਆਟਲ 'ਚ ਔਰ ਇੱਕ ਉਹਨਾਂ ਦਾ ਵਪਾਰ ਵੀ ਹੈਗਾ ਅਮਰੀਕਨ ਸਿਕਿਉਰਿਟੀ ਏਜੰਸੀਜ਼ ਨੂੰ ਉਹ ਵੈਪਨ ਵੀ ਸਪਲਾਈ ਕਰਦੇ ਨੇ ਯਾਨੀ ਕੋਈ ਇਦਾਂ ਦੀ ਗੱਲ ਨਹੀਂ ਕੋਈ ਇਲੀਗਲ ਉਹ ਕੰਮ ਕਰ ਰਹੇ ਨੇ ਪ੍ਰੋਪਰ ਇੱਕ ਲੀਗਲ ਵਿੱਚ ਕੰਮ ਕਰ ਰਹੇ ਨੇ ਔਰ ਸਿੱਧੂ ਮੂਸੇਵਾਲੇ ਨੂੰ ਵੀ ਹਥਿਆਰਾਂ ਦਾ ਸ਼ੌਕ ਸੀਗਾ ਜਦੋਂ ਗੱਲ ਚੱਲੀ ਗੱਲ ਵੀ ਹੁੰਦੀ ਸੀ ਦੋਨਾਂ ਵਿੱਚ ਵੀਡੀਓ ਕਾਲਸ ਵੀ ਹੁੰਦੀ ਸੀ ਔਰ ਇਹ ਇਸ ਕਰਕੇ ਇੱਕ ਰਾਫਤਾ ਕੰਮ ਹੋਇਆ ਕਿ ਕਾਮਨ ਫਰੈਂਡ ਦੇ ਜਰੀਏ ਔਰ ਇਹ ਵੀ ਮੈਂ ਗੱਲ ਦੱਸਦਾ ਵੀ ਆਣਾ ਵੀ ਸੀ ਅਮਰੀਕਾ ਜਦੋਂ ਇਹ ਵਰਲਡ ਟੂਰ ਕੱਢਣਾ ਸੀ ਤਾਂ ਵਿੱਕੀ ਮਾਨਸਲੂਦੀ ਨੂੰ ਮਿਲਣਾ ਵੀ ਸੀ ਸਿੱਧੂ ਮੂਸੇਵਾਲਾ ਨਾਲ ਲੇਕਿਨ ਜੈਕਟ ਦੀ ਗੱਲ ਹੈ ਗੱਲ ਥੋੜੀ ਸੀ ਤੁਰੀ ਲੇਕਿਨ ਵਿੱਚ ਫੇਰ ਰਹਿ ਗਈ ਜੀ ਬਿਲਕੁਲ ਉਮੇਸ਼ ਸਾਰੀਆਂ ਗੱਲਾਂ ਹੋਣੀਆਂ ਸੀਗੀਆਂ ਪਰ ਇਹ ਨਹੀਂ ਹੋ ਸਕੀ ਤੇ ਇਸ ਸਭ ਦੇ ਵਿਚਾਲੇ ਜੋ ਕੁਝ ਹੋਇਆ ਹੈ ਉਸ ਤੋਂ ਬਾਅਦ ਦੁਖਾਂ ਤੇ ਹੈਗਾ ਕਿ ਹੁਣ ਜਿਹੜਾ ਹੈਗਾ ਸਾਰੀਆਂ ਗੱਲਾਂ ਹੋ ਰਹੀਆਂ ਨੇ ਸਿੱਧੂ ਮੂਸੇਵਾਲਾ ਨੇ ਮੰਗਵਾਈ ਸੀ ਬੁਲਟ ਪ੍ਰੂਫ ਜੈਕਟ ਪਰ ਉਹ ਬੁਲਟ ਪ੍ਰੂਫ ਜੈਕਟ ਜਿਹੜੀ ਹੈਗੀ ਹੈ ਬਾਅਦ ਵਿੱਚ ਜਿਹੜਾ ਹੈਗਾ ਕਿਸੇ ਵਜ੍ਹਾ ਕਰਕੇ ਉਹ ਪੂਰੀ ਗੱਲਬਾਤ ਜਿਹੜੀ ਹੈਗੀ ਡਿਲੇ ਹੁੰਦੀ ਰਹੀ ਪਰ ਇਸ ਸਭ ਦੇ ਵਿਚਾਲੇ ਅਹਿਮ ਖਬਰਾਂ ਜਿਹੜੀਆਂ ਨੇ ਇਸ ਅਹਿਮ ਅਪਡੇਟ ਜਿਹੜਾ ਹੈਗਾ ਉਹ ਤੁਹਾਨੂੰ ਦੱਸ ਰਹੇ ਹਾਂ ਅਹਿਮ ਅਪਡੇਟ ਜਿਹੜਾ ਦੱਸ ਰਹੇ ਹਾਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਅਹਿਮ ਅਪਡੇਟ ਦੇ ਰਹੇ ਹਾਂ ਕਿ ਇਸ ਪੂਰੇ ਮਾਮਲੇ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਲੈ ਕੇ ਜਿਹੜੀ ਗੱਲ ਵਿੱਕੀ ਮਾਨਸਲੂਦੀ ਨੇ ਕੀਤੀ ਜਿਹੜੀ ਸਾਡੇ ਸਹਿਯੋਗੀ ਉਮੇਸ਼ ਦੱਸ ਰਹੇ ਸੀਗੇ ਤੇ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਸਿੱਧੂ ਮੂਸੇਵਾਲਾ ਨੇ ਅਮਰੀਕਾ ਵਿੱਚ ਕਿਹੜੀ ਬੁਲਟ ਪ੍ਰੂਫ ਜੈਕਟ ਦਾ ਆਰਡਰ ਦਿੱਤਾ ਹੋਇਆ ਸੀ ਸਿੱਧੂ ਮੂਸੇਵਾਲਾ ਅਮਰੀਕਾ ਤੋਂ ਲੈਵਲ 3+ ਹਾਰਡ ਬੋਡੀ ਆਰਮਰ ਯਾਨੀ ਬੁਲਟ ਪ੍ਰੂਫ ਜੈਕਟ ਮੰਗਵਾ ਰਹੇ ਸੀ ਜਿਸ ਦੇ ਬਾਰੇ ਵਿੱਕੀ ਮਾਨਸਲੂਦੀ ਨੇ ਖੁਦ ਜਿਹੜਾ ਹੈਗਾ ਉਹ ਜਾਣਕਾਰੀ ਸਾਂਝਾ ਕੀਤੀ ਹੈਗੀ ਹੈ ਸਾਡੇ ਸਹਿਯੋਗੀ ਉਮੇਸ਼ ਦੇ ਨਾਲ ਇਹ ਬੁਲਟ ਪ੍ਰੂਫ ਜੈਕਟ ਹਾਰਡ ਲੈਵਲ 3 ਦੀ ਬੁਲਟ ਪ੍ਰੂਫ ਜੈਕਟ ਯਾਨੀ ਸਭ ਤੋਂ ਸਟਰੋਂਗ ਬੁਲਟ ਪ੍ਰੂਫ ਜੈਕਟ ਸਿੱਧੂ ਮੂਸੇਵਾਲਾ ਮੰਗਵਾਉਣਾ ਚਾਹੁੰਦੇ ਸੀ ਕਿਉਂਕਿ ਸਿੱਧੂ ਮੂਸੇਵਾਲਾ ਨੂੰ ਕਿਤੇ ਨਾ ਕਿਤੇ ਖਦਸ਼ਾ ਜਿਹੜਾ ਹੈਗਾ ਉਹਨਾਂ ਦੇ ਜ਼ਿਹਨ ਵਿੱਚ ਸੀ ਕਿ ਉਹਨਾਂ ਤੇ ਇਸ ਤਰੀਕੇ ਦਾ ਅਟੈਕ ਹੋ ਸਕਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਵਿੱਕੀ ਮਾਨਸਲੂਦੀ ਦੇ ਨਾਲ ਜਦੋਂ ਉਹਨਾਂ ਦਾ ਰਾਬਤਾ ਹੋਇਆ ਇੱਕ ਕਾਮਨ ਫਰੈਂਡ ਦੇ ਰਾਹੀਂ ਦੋਵਾਂ ਦੇ ਵਿਚਾਲੇ ਗੱਲਬਾਤ ਹੋਈ ਵਿੱਕੀ ਮਾਨਸਲੂਦੀ ਨੇ ਉਹਨਾਂ ਨੂੰ ਦੱਸਿਆ ਉਹਨਾਂ ਦੇ ਬਾਰੇ ਦੱਸਿਆ ਗਿਆ ਕਿ ਵਿੱਕੀ ਮਾਨਸਲੂਦੀ ਹਥਿਆਰਾਂ ਦੇ ਡੀਲਰ ਨੇ ਲੀਗਲ ਜਿਹੜਾ ਹੈਗਾ ਉਹਨਾਂ ਦਾ ਬਿਜ਼ਨਸ ਹੈਗਾ ਤਾਂ ਗੱਲਬਾਤ ਚੱਲੀ ਤਾਂ ਸਿੱਧੂ ਮੂਸੇਵਾਲਾ ਨੇ ਫਿਰ ਬੋਡੀ ਆਰਮਰ ਦੇ ਵਿੱਚ ਇੰਟਰਸਟ ਵਿਖਾਇਆ ਪਰ ਉਹ ਬੋਡੀ ਆਰਮਰ ਕਿਹੜਾ ਸੀਗਾ ਇਸ ਦੇ ਬਾਰੇ ਖੁਦ ਵਿੱਕੀ ਮਾਨਸਲੂਦੀ ਦੱਸ ਰਹੇ ਨੇ ਕਿਹੜਾ ਉਹਨਾਂ ਨੇ ਬੋਡੀ ਆਰਮਰ ਸੀਗਾ ਜਿਸ ਦੇ ਵਿੱਚ ਇੰਟਰਸਟ ਉਹਨਾਂ ਨੇ ਸ਼ੋ ਕੀਤਾ ਸੀ ਹਾਰਡ ਬੋਡੀ ਆਰਮਰ ਆ ਜਿਹਦੀ ਆਪਾਂ ਗੱਲ ਕਰ ਰਹੇ ਸੀਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਸਪੈਸ਼ਲ ਥ੍ਰੈਟ ਟੈਸਟਡ 762/51 ਜੋ ਕਿ 308 SLR ਦਾ ਰਾਉਂਡ ਆ ਤੇ ਇਹਦਾ ਵਜਨ ਕੁਛ 8 ਪਾਉਂਡ ਆ ਤੇ ਜੋ ਕਿ 4 ਕਿਲੋ ਹੋ ਗਿਆ ਤੇ ਜਿਹੜੀ ਇਹ ਆ ਇੱਕ ਵੈਸਟ 'ਚ ਪੈ ਜਾਂਦਾ ਜਿਵੇਂ ਆ ਵੈਸਟ ਆ ਤੇ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ ਤੇ ਇਹ ਦੋਨੋਂ ਤਰਫ ਤੋਂ ਪੈ ਜਾਂਦਾ ਅੱਗੇ ਵੀ ਪਿੱਛੇ ਵੀ ਸੋ ਅਗਰ ਬੇਸਿਕਲੀ ਇੱਕ ਬੰਦੇ ਨੇ ਬੋਡੀ ਆਰਮਰ ਪਾਇਆ ਤਾਂ ਉਹਦਾ weight ਘੱਟੋ ਘੱਟ 18 ਤੋਂ 20 ਪਾਉਂਡ ਹੋਏਗਾ ਭਾਈ ਜੀ ਇਹ ਉਹ ਲੈਵਲ 3+ ਹਾਰਡ ਬੋਡੀ ਆਰਮਰ ਆ ਜਿਹਦੀ ਆਪਾਂ ਗੱਲ ਕਰ ਰਹੇ ਸੀਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਸਪੈਸ਼ਲ ਥ੍ਰੈਟ ਟੈਸਟਡ 762/51 ਜੋ ਕਿ 308 SLR ਦਾ ਰਾਉਂਡ ਆ ਤੇ ਇਹਦਾ ਵਜਨ ਕੁਛ 8 ਪਾਉਂਡ ਆ ਤੇ ਜੋ ਕਿ 4 ਕਿਲੋ ਹੋ ਗਿਆ ਤੇ ਜਿਹੜੀ ਇਹ ਆ ਇੱਕ ਵੈਸਟ 'ਚ ਪੈ ਜਾਂਦਾ ਜਿਵੇਂ ਆ ਵੈਸਟ ਆ ਤੇ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ
ਤੇ ਇਹ ਦੋਨੋਂ ਤਰਫ ਤੋਂ ਪੈ ਜਾਂਦਾ, ਅੱਗੇ ਵੀ ਪਿੱਛੇ ਵੀ। ਸੋ ਅਗਰ ਬੇਸਿਕਲੀ ਇੱਕ ਬੰਦੇ ਨੇ ਬੋਡੀ ਆਰਮਰ ਪਾਇਆ ਤਾਂ ਉਹਦਾ weight ਘੱਟੋ ਘੱਟ 18 ਤੋਂ 20 ਪਾਉਂਡ ਹੋਏਗਾ। ਤੇ ਸਭ ਦੇ ਵਿਚਾਲੇ ਲਗਾਤਾਰ ਜਦੋਂ ਇਹ ਚਰਚਾ ਚੱਲ ਰਹੀ ਹੈ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੇ ਕਿਹੜੇ ਹਥਿਆਰਾਂ ਦਾ ਇਸਤੇਮਾਲ ਕੀਤਾ, ਇਸ ਨੂੰ ਲੈ ਕੇ ਵੀ ਸਵਾਲ ਜਿਹੜੇ ਹੈਗੇ ਲਗਾਤਾਰ ਚੁੱਕੇ ਜਾ ਰਹੇ ਨੇ। ਪਰ ਅਮਰੀਕਾ ਦੇ ਵਿੱਚ ਹਥਿਆਰਾਂ ਦੇ ਡੀਲਰ ਅਤੇ ਸਿੱਧੂ ਮੂਸੇਵਾਲਾ ਦੇ ਦੋਸਤ ਵਿੱਕੀ ਮਾਨਸਲੋਦੀ ਨੇ ਦਾਅਵਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ AN-94 ਦਾ ਇਸਤੇਮਾਲ ਮੁਮਕਿਨ ਨਹੀਂ ਹੈਗਾ। ਵਿੱਕੀ ਨੇ ਦਾਅਵਾ ਆਪਣੇ ਤਜਰਬੇ ਦੇ ਆਧਾਰ ਤੇ ਕੀਤਾ। ਤੁਹਾਨੂੰ ਅਹਿਮ ਗੱਲ ਅਸੀਂ ਦੱਸ ਰਹੇ ਹਾਂ, ਅਹਿਮ ਖਬਰ ਦੱਸ ਰਹੇ ਹਾਂ। AN-94 ਦਾ ਜ਼ਿਕਰ ਕਈ ਸਾਰੀ ਚਰਚਾਵਾਂ ਵਿੱਚ ਹੋ ਰਿਹਾ, ਕਈ ਸਾਰੀ ਮੀਡੀਆ ਰਿਪੋਰਟਾਂ ਵਿੱਚ ਹੋ ਰਿਹਾ, ਪਰ ਵਿੱਕੀ ਮਾਨਸਲੋਦੀ ਦਾ ਦਾਅਵਾ ਹੈ ਕਿ ਉਹਨਾਂ ਦਾ ਤਜਰਬਾ ਇਹ ਕਹਿੰਦਾ ਹੈ ਕਿ ਇਹ ਮੁਮਕਿਨ ਨਹੀਂ ਹੈਗਾ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਭਾਰਤ ਤੇ ਪਾਕਿਸਤਾਨ ਦੇ ਖੇਤਰ ਵਿੱਚ AN-94 ਮੌਜੂਦ ਹੀ ਨਹੀਂ ਹੈ। AN-94 ਰੇਅਰ ਵੈਪਨ ਹੈਗਾ ਜਿਹੜਾ US ਦੇ ਵਿੱਚ ਵੀ ਬਹੁਤ ਘੱਟ ਗਿਣਤੀ ਦੇ ਵਿੱਚ ਮੌਜੂਦ ਹੈ। ਤੇ ਇਹ ਆਪਣੇ ਆਪ ਵਿੱਚ ਅਹਿਮ ਖੁਲਾਸਾ ਜਿਹੜਾ ਵਿੱਕੀ ਮਾਨਸਲੋਦੀ ਨੇ ਕੀਤਾ ਹੈ। ਕਾਫੀ ਪੋਲੀਟੀਸ਼ੀਅਨਸ ਤੇ ਮੀਡੀਆ ਪਰਸਨਲ ਨੇ ਕਿਹਾ ਵੀ AN-94 ਯੂਜ਼ ਹੋਈ ਆ। ਤਾਂ ਮੇਰਾ ਸਵਾਲ ਇਹ ਹੈ ਕਿ ਜੋ AK-74 ਆ ਤੇ AN-94 ਆ ਉਹ ਸੇਮ ਕਾਰਟ੍ਰਿਜ ਯੂਜ਼ ਕਰਦੀ ਨੇ, ਜੋ ਕਿ ਆ 5.45x39। ਸੋ ਉਹਨਾਂ ਨੂੰ ਇੱਕ ਸਪੈਂਟ ਕਾਰਟ੍ਰਿਜ ਜਿਹਨੂੰ ਖੋਲ ਕਹਿ ਦਿੰਦੇ ਆ, ਉਹਦੇ ਮਿਲਣ ਨਾਲ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ AN-94 ਆ ਤੇ AK-74 ਨਹੀਂ? ਕਿਉਂਕਿ ਇੰਡੀਆ ਦੇ ਨਾਲ ਪਾਕਿਸਤਾਨ ਲੱਗਦਾ ਹੈ ਕਿ ਮੇਰੀ ਅਜ਼ੰਪਸ਼ਨ ਆ ਕਿ AK-74 ਤੇ AK-47 ਉੱਥੇ ਬਹੁਤ ਨੇ। AN-94 ਦੀ ਥਿਊਰੀ ਕੋਈ ਮੈਨੂੰ ਜਾਇਜ਼ ਨਹੀਂ ਲੱਗ ਰਹੀ ਹੈ। ਲੱਗ ਰਿਹਾ ਵੀ ਸ਼ਾਇਦ ਜਿਹਨੇ ਵੀ ਕਿਹਾ ਉਹਨੂੰ ਪਤਾ ਨਹੀਂ ਸੀ, ਜਾਂ ਇੱਕ ਹਾਈਪ ਕ੍ਰੀਏਟ ਕਰਨ ਨੂੰ ਇਹ ਥਿਊਰੀ ਬਣਾਈ ਗਈ ਆ। ਤੇ ਮੈਂ 110% ਦਾਅਵੇ ਨਾਲ ਕਹਿ ਸਕਦਾ ਕਿ AN-94 ਉਮੇਸ਼ ਮੇਰੇ ਸਹਿਯੋਗੀ ਲਗਾਤਾਰ ਜਿਹੜਾ ਹੈਗਾ ਅਪਡੇਟ ਦੇ ਰਹੇ ਨੇ। ਉਮੇਸ਼ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ। ਉਮੇਸ਼, AN-94 ਦਾ ਇਸਤੇਮਾਲ ਕਈ ਸਾਰੀ ਮੀਡੀਆ ਰਿਪੋਰਟਾਂ ਵਿੱਚ ਇਸ ਦਾ ਜ਼ਿਕਰ ਹੋ ਰਿਹਾ ਹੈ। ਜਿਹੜੇ ਖੋਲ ਮਿਲੇ ਸੀਗੇ ਕਾਰਟ੍ਰਿਜ ਦੇ, ਉਹਨਾਂ ਦੇ ਵਿੱਚ ਵੀ ਜਿਹੜਾ ਹੈਗਾ ਖਦਸ਼ਾ ਜਤਾਇਆ ਗਿਆ ਕਿ AN-94, ਪਰ ਵਿੱਕੀ ਮਾਨਸਲੋਦੀ ਇਸ ਨੂੰ ਖਾਰਿਜ ਕਰ ਰਹੇ ਨੇ, ਬੜੇ ਜ਼ੋਰਦਾਰ ਤਰੀਕੇ ਨਾਲ ਖਾਰਿਜ ਕਰ ਰਹੇ ਨੇ ਕਿ AN-94 ਦਾ ਇਸਤੇਮਾਲ ਮੁਮਕਿਨ ਨਹੀਂ ਹੈਗਾ ਇਸ ਪੂਰੇ ਕਾਂਡ ਦੇ ਵਿੱਚ। ਬਿਲਕੁਲ ਗਗਨ, ਇਹ ਸਵਾਲ ਜਦੋਂ ਮੈਂ ਪੁੱਛਿਆ ਸੀ ਕਿ ਜਿਹੜੇ ਖੋਲ ਮਿਲੇ ਨੇ, ਕਿਉਂਕਿ ਜਵਾਹਰ ਕੇ ਪਿੰਡ ਜਦੋਂ ਆਪਾਂ ਗਏ ਸੀਗੇ ਔਰ ਪੂਰਾ ਇੱਕ ਕ੍ਰਾਈਮ ਸੀਨ ਅਸੀਂ ਰੀਕ੍ਰੀਏਟ ਕੀਤਾ, ਉੱਥੇ ਗੋਲੀਆਂ ਦੇ ਖੋਲ ਨਿਸ਼ਾਨ ਅਸੀਂ ਦੇਖੇ, ਸਭ ਦੇ ਜ਼ਿਹਨ 'ਚ ਸਵਾਲ ਸੀਗੇ। ਔਰ ਜਿੱਦਾਂ ਮੀਡੀਆ ਰਿਪੋਰਟ ਸਾਰੀ ਸੀਗੀ ਕਿ AN-94 ਇੱਕ ਇਹੋ ਜਿਹਾ ਵੈਪਨ ਜਿਹੜਾ ਰਸ਼ੀਆ ਵੈਪਨ ਹੈ ਔਰ ਇਹਦਾ ਯੂਜ਼, ਇਹਦਾ ਆਣਾ ਸਾਹਮਣੇ ਇੱਕ ਬਹੁਤ ਵੱਡੀ ਗੱਲ ਸੀ। ਸਿੱਧੂ ਮੂਸੇਵਾਲਾ ਹੱਤਿਆਕਾਂਡ ਵਿੱਚ ਸਾਰੇ ਦੇ ਦਿਮਾਗ ਵਿੱਚ, ਸਾਰੇ ਦੇ ਜ਼ਿਹਨ ਵਿੱਚ ਉਹ ਸੀਗਾ। ਔਰ ਜਦੋਂ ਆਪਾਂ ਵਿੱਕੀ ਮਾਨਸਲੋਦੀ, ਕਿਉਂਕਿ ਜਿਨ੍ਹਾਂ ਦਾ ਗਨਸ ਦਾ ਕੰਮ ਹੁੰਦਾ, ਜਿਨ੍ਹਾਂ ਦਾ ਫੀਲਡ ਹੈ, ਉਹ ਐਕਸਪਰਟਸ ਨੇ, ਕਾਫੀ ਸਾਲਾਂ ਤੋਂ ਇਸ ਬਿਜ਼ਨਸ ਵਿੱਚ ਨੇ, ਉਹਨਾਂ ਤੋਂ ਅਸੀਂ ਸਵਾਲ ਪੁੱਛਿਆ ਕਿ ਖੋਲ ਜਿਹੜੇ ਮਿਲੇ ਨੇ ਉਹਨਾਂ ਨੂੰ ਕੀ ਲੱਗਦਾ ਹੈ। ਕਿਉਂਕਿ ਅਸੀਂ ਜਿਸ ਐਕਸਪਰਟ ਤੋਂ ਪੁੱਛਦੇ ਨੇ, ਨੈਚੁਰਲੀ ਉਹਦੀ ਇੱਕ ਮਹਾਰਤ ਹੁੰਦੀ ਹੈ ਹਾਸਲ। ਤਾਂ ਉਹਨਾਂ ਨੇ ਜਿਸ ਹਿਸਾਬ ਨਾਲ ਕਿਹਾ ਕਿ 110% ਮੈਂ ਕਹਿ ਸਕਦਾ ਦਾਅਵੇ ਨਾਲ AN-94 ਦਾ ਇਸਤੇਮਾਲ ਨਹੀਂ ਹੋਇਆ ਹੋਣਾ। ਇੱਕ ਰੇਅਰ ਵੈਪਨ ਹੈ ਜਿਹੜਾ US ਵੀ ਨਹੀਂ ਹੁੰਦਾ। 40 ਕਰੋੜ ਲੋਕਾਂ ਕੋਲ US 'ਚ ਵੈਪਨ ਨੇ। AN-94 ਦੀ ਥਿਊਰੀ ਉਹ ਖਾਰਿਜ ਕਰ ਰਹੇ ਨੇ। ਹਾਲਾਂਕਿ ਇਨਵੈਸਟੀਗੇਸ਼ਨ ਦਾ ਇਹ ਚੱਲ ਰਿਹਾ ਪਾਰਟ ਹੈ ਕਿ ਕਿਹੜਾ ਵੈਪਨ ਯੂਜ਼ ਕੀਤਾ ਗਿਆ। ਲੇਕਿਨ ਉਹਨੇ ਇਹ ਵੀ ਦੱਸਿਆ ਕਿ ਜਿਹੜਾ ਵੈਪਨ ਹੈ ਇਹਦਾ ਖੋਲ ਤੇ 74 ਦਾ ਖੋਲ ਸੇਮ ਹੁੰਦਾ ਹੈ। ਖਾਲੀ ਇਹ ਥਿਊਰੀ ਕਹਿਣਾ ਕਿ ਇਹ 94 ਹੀ ਹੈ, ਇਹ ਉਹਨਾਂ ਨੇ ਦਾਅਵਾ ਖਾਰਿਜ ਕੀਤਾ, ਕਿਉਂਕਿ ਐਕਸਪਰਟ ਨੇ, ਕਾਫੀ ਉਹਨਾਂ ਨੂੰ ਗਨਸ ਦੀ ਨੌਲੇਜ ਵੀ ਹੈ, ਬੜੀ ਫੁੱਲੀ ਤੇ ਸੈਮੀ ਆਟੋਮੈਟਿਕ ਵੈਪਨਸ ਉਹਨਾਂ ਕੋਲ ਹੈ ਨੇ, ਉਹਨਾਂ ਦੀ ਪ੍ਰੋਪਰ ਇੱਕ ਸ਼ੂਟਿੰਗ ਰੇਂਜ ਆ ਉੱਥੇ। ਔਰ ਜਿੱਦਾਂ ਦਾ ਮੈਂ ਜ਼ਿਕਰ ਕੀਤਾ ਕਿ ਅਮਰੀਕਨ ਸਿਕਿਉਰਿਟੀ ਏਜੰਸੀਜ਼ ਨੂੰ ਵੈਪਨ ਸਪਲਾਈ ਕਰਦੇ ਨੇ, ਸਿਵਿਲੀਅਨਸ ਨੂੰ ਨਹੀਂ, ਆਮ ਨਾਗਰਿਕਾਂ ਨੂੰ ਨਹੀਂ। ਤਾਂ ਇਟ ਮੀਨਸ ਕਿ ਕਿਤੇ ਨਾ ਕਿਤੇ ਬੰਦੇ ਨੂੰ ਨੌਲੇਜ ਹੈ, ਕਿਤੇ ਕਿਤੇ ਜਾਣਕਾਰੀ ਬਹੁਤ ਹੈ। ਔਰ 94 ਦੀ ਉਹ ਜਿਹੜੀ ਗੱਲ ਹੈ, ਹਾਲੇ ਤੱਕ ਉਹ ਵੀ ਜਾਂਚ ਦਾ ਵਿਸ਼ਾ, ਹਾਲੇ ਤੱਕ ਉਹ ਵੀ ਥਿਊਰੀ ਸ਼ੁਰੂਆਤ 'ਚ ਬਹੁਤ ਉੱਠੀ। ਹਰ ਕੋਈ 94 ਦੇ ਬਾਰੇ ਜਾਣਦਾ ਸੀਗਾ, ਹਰ ਕੋਈ ਮੀਡੀਆ ਰਿਪੋਰਟਸ ਇਹ ਕਰੀਏ ਕਿ ਹਾਂ 94 ਦੇ ਵੈਪਨ ਯੂਜ਼ ਹੋਏ, ਲੇਕਿਨ ਹਾਲੇ ਤੱਕ ਉਹ ਜਾਣਕਾਰੀ ਨਹੀਂ ਆਈ ਹੈ। ਇਨਵੈਸਟੀਗੇਸ਼ਨ ਦਾ ਪਾਰਟ ਹੈ, ਕਿਉਂਕਿ ਹਥਿਆਰ ਹਾਲੇ ਬਰਾਮਦ ਹੋਈ ਨਹੀਂ ਹੈ। ਔਰ ਇਨਵੈਸਟੀਗੇਸ਼ਨ ਦਾ ਪਾਰਟ ਹੈ, ਖੁੱਲ੍ਹ ਕੇ ਆਏਗਾ ਸਾਹਮਣੇ ਕਿਹੜਾ ਵੈਪਨ ਯੂਜ਼ ਹੋਇਆ, ਕਿਹੜੀ ਗਨ ਯੂਜ਼ ਹੋਈ, ਉਹ ਗੋਲੀਆਂ ਦੇ ਖੋਲ ਹੈ, ਉਹ ਕਿਹੜੇ ਹਥਿਆਰ ਤੋਂ ਨਿਕਲੇ ਨੇ। ਜੀ ਉਮੇਸ਼, ਵਿੱਕੀ ਮਾਨਸਲੋਦੀ ਜਿਹੜਾ ਜ਼ਿਕਰ ਕਰ ਰਹੇ ਨੇ AN-94 ਨਹੀਂ ਹੈਗਾ, ਉਸ ਦੇ ਪਿੱਛੇ ਉਹ ਬੜਾ ਇੱਕ ਸਟਰੋਂਗ ਲੌਜਿਕ ਦੇ ਰਹੇ ਨੇ ਕਿ ਇੰਡੀਆ ਪਾਕਿਸਤਾਨ ਦਾ ਜਿਹੜਾ ਰੀਜਨ ਹੈਗਾ, ਇਸ ਦੇ ਵਿੱਚ ਇਹ ਹਥਿਆਰ ਹੋਣਾ ਮੁਮਕਿਨ ਹੀ ਨਹੀਂ ਹੈਗਾ, ਕਿਉਂਕਿ ਇੱਥੇ ਉਹ ਹਥਿਆਰ ਦੀ ਸਪਲਾਈ ਨਹੀਂ ਹੁੰਦੀ। ਔਰ ਖੁਦ ਕਿਉਂਕਿ ਇੰਟਰਨੈਸ਼ਨਲ ਡੀਲਰ ਨੇ, ਇੰਟਰਨੈਸ਼ਨਲ ਲੈਵਲ ਤੇ ਡੀਲ ਕਰਦੇ ਨੇ ਆਰਮਸ ਦੇ ਵਿੱਚ, ਤਾਂ ਇਸ ਦਾਅਵੇ ਨੂੰ ਬਹੁਤ ਪੁਖਤਾ ਮੰਨਿਆ ਜਾਵੇ। ਉਮੇਸ਼, ਦੇਖੋ ਬਿਲਕੁਲ, ਕਿਉਂਕਿ ਜਿੱਦਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਪਾਕਿਸਤਾਨ ਦਾ ਬਾਰਡਰ ਨਾਲ ਹੈ, ਅਸੀਂ ਵੀ ਕਈ ਵਾਰ ਦੇਖਿਆ ਡਰੋਨ ਦੇ ਜ਼ਰੀਏ ਜਿਹੜੇ ਜਾਂ ਬਰਾਮਦ ਹੋਏ ਨੇ ਹਥਿਆਰ, ਉਹਦੇ ਵਿੱਚ AK-47 ਦਾ ਜ਼ਿਕਰ ਹੈ, ਹੋਰ ਜਾਂ ਦੂਜੇ ਵੈਪਨਸ ਦਾ। 94 ਦਾ ਜ਼ਿਕਰ ਅਸੀਂ ਵੀ ਨਹੀਂ ਕਦੇ ਸੁਣਿਆ। ਇਹ ਸਿਰਫ ਜਦੋਂ ਸਿੱਧੂ ਮੂਸੇਵਾਲਾ ਹੱਤਿਆਕਾਂਡ ਹੁੰਦਾ ਹੈ, ਉਸ ਤੋਂ ਬਾਅਦ ਹੀ ਇਹ ਕਿ 94 ਦਾ ਜ਼ਿਕਰ
ਸ਼ੁਰੂ ਹੁੰਦਾ ਹੈ ਉਹਦੇ ਬਾਰੇ ਫਿਰ ਜਾਣਕਾਰੀ ਹਾਸਿਲ ਕੀਤੀ ਜਾਂਦੀ ਹੈ, ਬੜਾ ਰਿਸਰਚ ਕੀਤਾ, ਚਾਹੇ ਮੀਡੀਆ ਦੇ ਲੋਕ ਜੁੜੇ ਹੋਣ ਜਾਂ ਹੋਰ ਵੀ ਕੋਈ ਜੁੜੇ ਹੋਣ। 94 ਦੇ ਬਾਰੇ ਰਿਸਰਚ ਕੀਤਾ ਗਿਆ। ਪੰਜਾਬ ਹਰਿਆਣਾ ਹਾਈ ਕੋਰਟ 'ਚ ਮੈਨੂੰ ਯਾਦ ਹੈ ਜਦੋਂ ਸਿਕਿਉਰਿਟੀ ਦਾ ਇਸ਼ੂ ਆਇਆ, MLAs ਨੇ, ਸਾਬਕਾ MLA ਨੇ ਜਾਂ ਮੰਤਰੀ ਨੇ ਪਾਈ, ਉਹਦੇ ਵਿੱਚ ਵੀ ਉਹਨਾਂ ਦੇ ਵਕੀਲਾਂ ਨੇ 94 ਦਾ ਜ਼ਿਕਰ ਕੀਤਾ ਕਿ 1 ਮਿੰਟ 'ਚ ਜੀ 1800 ਰਾਉਂਡ ਹੁੰਦੇ हैं या तमाम जिक्र है, लेकिन हाले तक एस्टैबलिश नहीं है थ्योरी, क्योंकि जिस हिसाब नाल विक्की मान सलोदी ने कहा कि पाकिस्तान का बॉर्डर नाल लगता है और उत्थे भी वैपन नहीं है, और अफगानिस्तान जदों युद्ध होया US की काफ़ी उत्थे छड़ के गए ने, ਉਹਦੇ ਵਿੱਚ भी 94 ਦਾ ਕੋਈ ਪੁਖਤਾ ਪ੍ਰਮਾਣ ਨਹੀਂ ਮਿਲਿਆ। ਇਸ ਕਰਕੇ ਵਿਕੀ ਮਾਨ ਸਲੋਦੀ ਕਹਿ ਰਹੇ ਨੇ, ਮੈਂ 110% ਦਾਅਵੇ ਨਾਲ ਕਹਿ ਸਕਦਾ ਕਿ 94 ਦਾ ਯੂਜ਼ ਨਹੀਂ ਹੋ ਸਕਦਾ ਜੀ। ਉਸੇ ਕਰਕੇ ਹੈ ਕਿ ਉਹਨਾਂ ਨੇ ਕਿਹਾ ਕਿ 74 ਦਾ ਖੋਲ ਤੇ 94 ਦਾ ਬਿਲਕੁਲ 74 ਤੇ 94 ਦਾ ਖੋਲ ਜਿਹੜਾ ਹੈਗਾ ਜਿਹੜਾ ਬੰਦੇ ਵੀ ਬੜੇ ਹਥਿਆਰ ਪਸੰਦ ਨੇ ਤੇ ਮੈਨੂੰ ਵੀ, ਜਿਹੜਾ ਬੰਦੇ ਨੂੰ ਹਥਿਆਰ ਪਸੰਦ ਨੇ ਉਹ ਪਹਿਲਾਂ ਅਗਰ US ਚ ਆਏਗਾ ਤਾਂ ਹਥਿਆਰ ਹੀ ਚਲਾਏਗਾ। ਮੂਸੇਵਾਲਾ ਸਾਹਿਬ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਹਥਿਆਰਾਂ ਦਾ। ਇੰਨੀਆਂ ਟਰਬਲਸ ਚ ਫਸ ਰਹੇ ਹੋ ਤੁਸੀਂ, US ਆਓ, ਉਰੇ ਇੱਕ ਓਪਨ ਗਨ ਕਲਚਰ ਆ, ਜਿੰਨੀਆਂ ਗੋਲੀਆਂ ਚਲਾਉਣੀਆਂ ਆਪਾਂ ਉਰੇ ਚਲਾ ਸਕਦੇ ਹਾਂ। ਆਪਣੀ ਸ਼ੂਟਿੰਗ ਰੇਂਜ ਵਿੱਚ ਤਾਬੜਤੋੜ ਫਾਇਰਿੰਗ ਕਰ ਰਹੇ ਨੇ ਵਿੱਕੀ ਮਾਨ ਸਲੌਦੀ। ਵਿੱਕੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦੋਸਤ ਨੇ ਅਤੇ ਹਥਿਆਰਾਂ ਦੇ ਡੀਲਰ ਵਜੋਂ ਅਮਰੀਕਾ ਵਿੱਚ ਕੰਮ ਕਰਦੇ ਨੇ। ਅਮਰੀਕੀ ਸੁਰੱਖਿਆ ਏਜੰਸੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਵਿੱਕੀ ਦਾ ਦਾਅਵਾ ਹੈ ਕਿ ਸਿੱਧੂ ਮੂਸੇਵਾਲਾ ਨੇ ਉਹਨਾਂ ਤੋਂ ਬਾਡੀ ਆਰਮਰ ਯਾਨੀ ਬੁਲਟ ਪ੍ਰੂਫ ਜੈਕਟ ਦੀ ਮੰਗ ਕੀਤੀ ਸੀ। ਸਿੱਧੂ ਦੇ ਨਾਲ ਵਿੱਕੀ ਦੀ ਮੁਲਾਕਾਤ ਇੱਕ ਕਾਮਨ ਫਰੈਂਡ ਦੇ ਰਾਹੀਂ ਹੋਈ ਸੀ। ਬਿਲਕੁਲ ਜੀ, ਅਸੀਂ ਇੱਕ ਕਾਮਨ ਬੰਦੇ ਦੇ ਥਰੂ ਮਿਲੇ ਸੀਗੇ ਜਿਹੜੇ ਉਹਨਾਂ ਨੂੰ ਵੀ ਜਾਣਦੇ ਸੀ ਤੇ ਮੈਨੂੰ ਵੀ ਜਾਣਦੇ ਸੀਗੇ, ਤੇ ਉਸ ਤੋਂ ਬਾਅਦ ਜਦ ਸਾਡੀ ਗੱਲ ਹੋਈ ਤੇ ਮੈਂ ਮੂਸੇਵਾਲਾ ਸਾਹਿਬ ਨੂੰ ਗਨਸ ਦਿਖਾਈਆਂ ਤਾਂ ਉਹ ਬਹੁਤ ਖੁਸ਼ ਹੋਏ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਆਪਾਂ ਗੱਲਬਾਤ ਕਰਦੇ ਰਹਾਂਗੇ। ਐਵੇਂ ਹੀ ਸਾਡਾ ਇੱਕ ਸਿਲਸਿਲਾ ਚੱਲਿਆ ਆਪਸ ਵਿੱਚ ਗੱਲਬਾਤ ਦਾ। ਉਹ ਮੈਨੂੰ ਕਹਿੰਦੇ ਵੀ ਮੈਂ ਦੇਖਣਾ ਚਾਹੁੰਦਾ ਕਿ ਹਾਰਡ ਬੋਡੀ ਆਰਮਰ ਕੈਸਾ, ਸੋ ਮੈਂ ਉਹਨਾਂ ਨੂੰ ਵੀਡੀਓ ਕਾਲ ਤੇ ਹਾਰਡ ਬੋਡੀ ਆਰਮਰ ਦਿਖਾਇਆ ਤੇ ਉਹਨਾਂ ਨੇ weight ਵਗੈਰਾ ਪੁੱਛਿਆ ਤੇ ਉਹ ਕਹਿੰਦੇ ਵੀ ਯਾਰ ਇਹ ਤਾਂ ਪਾ ਕੇ ਰੱਖਣਾ ਬਹੁਤ ਔਖਾ। ਸੋ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਹਾ ਕਿ ਉਹਨਾਂ ਦੇ ਕੋਈ ਮਿੱਤਰ ਮੈਨੂੰ ਕੰਟੈਕਟ ਕਰਨਗੇ ਤੇ ਜੋ ਰਿਕੁਆਇਰਮੈਂਟਸ ਹੋਣਗੀਆਂ ਪੂਰੀਆਂ ਕਰ ਲੈਣਗੇ ਤੇ ਉਹ ਬੋਡੀ ਆਰਮਰ ਮੇਰੇ ਕੋਲ ਲੈ ਜਾਣਗੇ। ਸਿੱਧੂ ਮੂਸੇਵਾਲਾ ਨੇ ਹਾਰਡ ਬੋਡੀ ਆਰਮਰ ਦੇ ਵਿੱਚ ਆਪਣਾ ਇੰਟਰਸਟ ਵਿਖਾਇਆ ਸੀ, ਪਰ ਜਦੋਂ ਉਹਨਾਂ ਕਾਂਗਰਸ ਜੁਆਇਨ ਕਰ ਲਈ ਅਤੇ ਸੁਰੱਖਿਆ ਦੇ ਲਈ ਉਹਨਾਂ ਨੂੰ 8 ਤੋਂ 10 ਕਮਾਂਡੋ ਸਰਕਾਰ ਨੇ ਮੁਹੱਈਆ ਕਰਾ ਦਿੱਤੇ ਤਾਂ ਫਿਰ ਸਿੱਧੂ ਮੂਸੇਵਾਲਾ ਬੇਫਿਕਰ ਹੋ ਗਏ। ਹਾਲਾਂਕਿ ਵਿੱਕੀ ਨੇ ਤਾਂ ਤਿਆਰੀ ਵੀ ਕਰ ਲਈ ਸੀ ਬੋਡੀ ਆਰਮਰ ਨੂੰ ਭਾਰਤ ਭੇਜਣ ਦੀ। ਤੇ ਨਾ ਤਾਂ ਉਸ ਤੋਂ ਬਾਅਦ ਮੈਨੂੰ ਉਹਨਾਂ ਦੇ ਕਿਸੇ ਮਿੱਤਰ ਦਾ ਫੋਨ ਆਇਆ, ਨਾ ਮੈਨੂੰ ਕਿਸੇ ਨੇ ਕੰਟੈਕਟ ਕੀਤਾ। ਮੈਨੂੰ ਲੱਗਦਾ ਕਿ ਇਸ ਤੋਂ ਬਾਅਦ ਕੁਝ ਸਮੇਂ ਦੌਰਾਨ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਸੀ ਤੇ ਉਹਨਾਂ ਨੂੰ 8 ਤੋਂ 10 ਕਮਾਂਡੋਜ਼ ਇਸ਼ੂ ਹੋ ਗਏ ਸੀ ਤੇ ਜਦ ਵੀ ਮੈਂ ਉਹਨਾਂ ਨਾਲ ਕਦੇ ਗੱਲ ਕਰਦਾ ਸੀ ਉਹ ਬੜੇ ਕੰਫਰਟੇਬਲ ਫੀਲ ਕਰਦੇ ਸੀ ਤੇ ਕਦੇ ਉਸ ਤੋਂ ਬਾਅਦ ਉਹਨਾਂ ਨੇ ਬੁਲਟ ਪ੍ਰੂਫ ਜੈਕਟ ਦੀ ਗੱਲ ਨਹੀਂ ਕੀਤੀ। ਸੌਫਟ ਬੋਡੀ ਆਰਮਰ ਲੈ ਕੇ ਜਾਣਾ ਤੁਸੀਂ ਲੈਵਲ 3 ਤੱਕ ਲੈ ਕੇ ਜਾ ਸਕਦੇ ਹੋ, ਬਾਕੀ ਜੋ ਵੀ ਇੰਡੀਆ ਦੀ ਰਿਕੁਆਇਰਮੈਂਟ ਆ ਉਹ ਜਿਹੜਾ ਵੀ ਲੈ ਕੇ ਜਾਏਗਾ ਉਹਨੂੰ ਪੂਰੀ ਕਰਨੀ ਪੈਗੀ। ਜੋ ਇੱਕ ਲੈਵਲ 4 ਬੋਡੀ ਆਰਮਰ ਆ ਜਾਂ ਲੈਵਲ 3+ ਬੋਡੀ ਆਰਮਰ ਆ ਜਿਹੜੀ ਹਾਰਡ ਪਲੇਟ ਆ, ਉਹਨੂੰ ਲਿਜਾਣ ਲਈ ਤੁਹਾਨੂੰ ਉਰੇ ਡਿਪਾਰਟਮੈਂਟ ਆਫ ਕਮਰਸ ਤੇ ਬਿਊਰੋ ਆਫ ਇੰਡਸਟਰੀ ਐਂਡ ਸਿਕਿਉਰਿਟੀ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਬਕਾਇਦਾ ਇੱਕ ਤੁਹਾਨੂੰ ਨੰਬਰ ਦਿੰਦੇ ਆ ਤੇ ਜਦ ਵੀ ਤੁਸੀਂ ਲੈ ਕੇ ਜਾਓਗੇ ਆਪਣੇ ਸੂਟਕੇਸ 'ਚ ਪਾ ਕੇ ਉਹ ਤੁਹਾਨੂੰ ਇੱਕ ਰਸੀਦ ਨਾਲ ਲੈ ਕੇ ਜਾਣੀ ਪੈਂਦੀ ਹੈ ਕਿ ਆਹ ਸਾਡੇ ਕੋਲ ਪਰਮਿਸ਼ਨ ਆ। ਨਿਊਜ਼ 18 ਦੇ ਪੱਤਰਕਾਰ ਉਮੇਸ਼ ਸ਼ਰਮਾ ਦੇ ਨਾਲ ਐਕਸਕਲੂਸਿਵ ਗੱਲਬਾਤ ਕਰਦਿਆਂ ਵਿੱਕੀ ਮਾਨ ਸਲੋਦੀ ਨੇ ਨਾ ਸਿਰਫ ਬੋਡੀ ਆਰਮਰ ਦੇ ਬਾਰੇ ਜਾਣਕਾਰੀ ਦਿੱਤੀ, ਸਗੋਂ ਇਸ ਦੀ ਬਣਤਰ ਅਤੇ ਵਜ਼ਨ ਦੇ ਨਾਲ ਜੁੜਿਆ ਅਹਿਮ ਵੀਡੀਓ ਕਲਿੱਪ ਵੀ ਨਿਊਜ਼ 18 ਦੇ ਦਰਸ਼ਕਾਂ ਲਈ ਸਾਂਝਾ ਕੀਤਾ। ਪਿਛਲੇ ਸਾਲ ਮੂਸੇਵਾਲਾ ਸਾਹਿਬ ਦਾ ਮੈਨੂੰ ਇੱਕ ਸਨੈਪਚੈਟ ਤੇ ਵੌਇਸ ਨੋਟ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਬੁਲਟ ਪ੍ਰੂਫ ਵੈਸਟ ਦੀ ਸਖਤ ਜ਼ਰੂਰਤ ਆ ਤੇ ਉਹਨਾਂ ਦੇ ਕੋਈ ਦੋਸਤ ਉਰੇ ਆਏ ਹੋਏ ਨੇ ਜੀ। ਤੇ ਉਸ ਤੋਂ ਬਾਅਦ ਮੈਂ ਉਹਨਾਂ ਨਾਲ ਫੋਨ ਤੇ ਗੱਲ ਕੀਤੀ, ਉਹਨਾਂ ਨੂੰ ਦੱਸਿਆ ਵੀ 2 ਤਰੀਕੇ ਦੀਆਂ ਬੁਲਟ ਪ੍ਰੂਫ ਵੈਸਟ ਨੇ, ਇੱਕ ਜਿਹਨੂੰ ਆਪਾਂ ਸੌਫਟ ਬੋਡੀ ਆਰਮਰ ਕਹਿ ਦਿੰਦੇ ਆ ਤੇ ਇੱਕ ਜਿਹੜੀ ਹਾਰਡ ਬੋਡੀ ਆਰਮਰ ਆ। ਜਿਹੜਾ ਸੌਫਟ ਬੋਡੀ ਆਰਮਰ ਆ ਸਮਾਲ ਕੈਲੀਬਰ ਥ੍ਰੈਟਸ ਜਿਵੇਂ ਕਿ 9 ਮਿਲੀਮੀਟਰ 40 ਸਮਿਥ ਐਂਡ ਵੈਸਨ, 45 ACP, 357 SIG, 32 ਬੋਰ ਤੇ 357 ਮੈਗਨਮ, 44 ਮੈਗਨਮ ਵਰਗੇ ਛੋਟੇ ਕਾਰਟ੍ਰਿਜ ਸਟਾਪ ਕਰ ਸਕਦੀ ਆ। ਤੇ ਮੈਂ ਉਹਨਾਂ ਨੂੰ ਦੱਸਿਆ ਕਿ ਅਗਰ ਉਹਨਾਂ ਨੂੰ ਕੋਈ ਹਾਇਰ ਥ੍ਰੈਟ ਹੈਗਾ ਤਾਂ ਉਹਨਾਂ ਨੂੰ ਹਾਰਡ ਬੋਡੀ ਆਰਮਰ ਬਾਰੇ ਸੋਚਣਾ ਚਾਹੀਦਾ ਜੋ ਕਿ ਇੱਕ SLR ਦੇ ਰਾਉਂਡ ਤੱਕ ਥ੍ਰੈਟ ਸਟਾਪ ਕਰ ਸਕਦੀ ਆ। ਭਾਈ ਜੀ ਇਹ ਉਹ ਲੈਵਲ 3+ ਹਾਰਡ ਬੋਡੀ ਆਰਮਰ ਆ ਜਿਹਦੀ ਆਪਾਂ ਗੱਲ ਕਰ ਰਹੇ ਸੀਗੇ। ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਹੋਇਆ ਸਪੈਸ਼ਲ ਥ੍ਰੈਟ ਟੈਸਟਡ 762/51 ਜੋ ਕਿ 308 SLR ਦਾ ਰਾਉਂਡ ਆ ਤੇ ਇਹਦਾ ਵਜਨ ਕੁਛ 8
8 ਪਾਉਂਡ ਆ ਤੇ ਜੋ ਕਿ 4 ਕਿਲੋ ਹੋ ਗਿਆ। ਤੇ ਜਿਹੜੀ ਇਹ ਆ ਇੱਕ ਵੈਸਟ 'ਚ ਪੈ ਜਾਂਦਾ, ਜਿਵੇਂ ਆ ਵੈਸਟ ਆ ਤੇ ਇਹਦੇ ਵਿੱਚ ਤੁਸੀਂ ਪਾ ਸਕਦੇ ਹੋ। ਤੇ ਇਹ ਦੋਨੋਂ ਤਰਫ ਤੋਂ ਪੈ ਜਾਂਦਾ, ਅੱਗੇ ਵੀ ਪਿੱਛੇ ਵੀ। ਸੋ ਅਗਰ ਬੇਸਿਕਲੀ ਇੱਕ ਬੰਦੇ ਨੇ ਬੋਡੀ ਆਰਮਰ ਪਾਇਆ ਤਾਂ ਉਹਦਾ weight ਘੱਟੋ ਘੱਟ 18 ਤੋਂ 20 ਪਾਉਂਡ ਹੋਏਗਾ। ਦਰਅਸਲ ਜਿਨ੍ਹਾਂ ਹਾਲਾਤਾਂ ਦੇ ਵਿੱਚ ਸਿੱਧੂ ਮੂਸੇਵਾਲਾ ਨੂੰ ਕਤਲ ਕੀਤਾ ਗਿਆ ਅਤੇ ਜਿਸ ਤਰੀਕੇ ਸਿੱਧੂ ਦੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਕਾਤਲਾਂ ਦੀਆਂ ਗੋਲੀਆਂ ਨੇ ਸਿੱਧੂ ਦੀ ਛਾਤੀ ਦੇ ਇੱਕ ਹਿੱਸੇ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ, ਉਸ ਤੋਂ ਬਾਅਦ ਵਿੱਕੀ ਦੀਆਂ ਦਸੀਆਂ ਦੋ ਗੱਲਾਂ ਕਾਫੀ ਅਹਿਮ ਲੱਗਦੀਆਂ ਨੇ। ਇੱਕ ਤਾਂ ਇਹ ਕਿ ਜੇਕਰ ਸਿੱਧੂ ਨੇ ਬੋਡੀ ਆਰਮਰ ਪਾਇਆ ਹੁੰਦਾ ਤਾਂ ਸ਼ਾਇਦ ਬਚਾ ਹੋ ਜਾਂਦਾ। ਦੂਜਾ ਵੱਡਾ ਦਾਵਾ ਜੋ ਵਿੱਕੀ ਆਪਣੇ ਤਜਰਬੇ ਦੇ ਆਧਾਰ ਤੇ ਕਰ ਰਹੇ ਨੇ ਉਹ ਇਹ ਕਿ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ AN-94 ਦਾ ਨਹੀਂ ਸਗੋਂ AK-74 ਦਾ ਇਸਤੇਮਾਲ ਮੁਮਕਿਨ ਹੈ, ਕਿਉਂ ਜੋ AN-94 ਇਸ ਇਲਾਕੇ ਯਾਨੀ ਇਸ ਖਿੱਤੇ ਵਿੱਚ ਹੈ ਹੀ ਨਹੀਂ। ਅਗਰ ਉਹਨਾਂ ਦੇ ਹਾਰਡ ਬੋਡੀ ਆਰਮਰ ਪਾਇਆ ਹੁੰਦਾ ਤੇ ਜਿੱਥੇ ਹਾਰਡ ਬੋਡੀ ਆਰਮਰ ਕਵਰ ਕਰਦਾ, ਅਗਰ ਉੱਥੇ AK-47 ਜਾਂ AK-74 ਦੀਆਂ ਗੋਲੀਆਂ ਵੱਜਦੀਆਂ ਤਾਂ 110% ਮੈਂ ਦਾਅਵੇ ਨਾਲ ਕਹਿਣਾ ਉੱਥੋਂ ਪੈਨੀਟ੍ਰੇਟ ਨਾ ਕਰਦੀਆਂ। ਹੁਣ ਅਗਰ ਤੁਸੀਂ ਬੋਡੀ ਆਰਮਰ ਪਾਇਆ ਤਾਂ ਕੋਈ ਮੈਜਿਕ ਨਹੀਂ ਹੈ, ਅਗਰ ਤੁਹਾਡੇ ਫੇਸ ਤੇ ਗੋਲੀ ਵੱਜੀ ਤਾਂ ਡੈਫੀਨਿਟਲੀ ਯੂ ਗੋਇੰ ਟੂ ਡਾਈ। ਕਾਫੀ ਪੋਲੀਟੀਸ਼ੀਅਨਸ ਤੇ ਮੀਡੀਆ ਪਰਸਨਲ ਨੇ ਕਿਹਾ ਵੀ AN-94 ਯੂਜ਼ ਹੋਈ ਆ, ਤਾਂ ਮੇਰਾ ਸਵਾਲ ਇਹ ਹੈ ਕਿ ਜੋ AK-74 ਆ ਤੇ AN-94 ਆ ਉਹ ਸੇਮ ਕਾਰਟ੍ਰਿਜ ਯੂਜ਼ ਕਰਦੀ ਨੇ ਜੋ ਕਿ ਆ 5.45x39। ਸੋ ਉਹਨਾਂ ਨੂੰ ਇੱਕ ਸਪੈਂਟ ਕਾਰਟ੍ਰਿਜ ਜਿਹਨੂੰ ਖੋਲ ਕਹਿ ਦਿੰਦੇ ਆ ਉਹਦੇ ਮਿਲਣ ਨਾਲ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਕਿ AN-94 ਆ ਤੇ AK-74 ਨਹੀਂ? ਕਿਉਂਕਿ ਇੰਡੀਆ ਦੇ ਨਾਲ ਪਾਕਿਸਤਾਨ ਲੱਗਦਾ ਹੈ ਕਿ ਮੇਰੀ ਅਜ਼ੰਪਸ਼ਨ ਆ ਕਿ AK-74 ਤੇ AK-47 ਉੱਥੇ ਬਹੁਤ ਨੇ। AN-94 ਦੀ ਥਿਊਰੀ ਕੋਈ ਮੈਨੂੰ ਜਾਇਜ਼ ਨਹੀਂ ਲੱਗ ਰਹੀ ਹੈ। ਲੱਗ ਰਿਹਾ ਵੀ ਸ਼ਾਇਦ ਜਿਹਨੇ ਵੀ ਕਿਹਾ ਉਹਨੂੰ ਪਤਾ ਨਹੀਂ ਸੀ ਜਾਂ ਇੱਕ ਹਾਈਪ ਕ੍ਰੀਏਟ ਕਰਨ ਨੂੰ ਇਹ ਥਿਊਰੀ ਬਣਾਈ ਗਈ ਆ। ਤੇ ਮੈਂ 110% ਦਾਅਵੇ ਨਾਲ ਕਹਿ ਸਕਦਾ ਕਿ AN-94 ਨਹੀਂ ਹੋ ਸਕਦੀ। ਕੁੱਲ ਮਿਲਾ ਕੇ ਸਿੱਧੂ ਮੂਸੇਵਾਲਾ ਦੇ ਕਤਲ ਨੇ ਦੇਸ਼ ਹੋਵੇ ਜਾਂ ਵਿਦੇਸ਼ ਹਰ ਥਾਂ ਤੇ ਉਹਨਾਂ ਦੇ ਜਾਣਨ ਵਾਲਿਆਂ ਤੇ ਚਾਹਣ ਵਾਲਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਵਿੱਕੀ ਮਾਨ ਸਲੌਦੀ ਦੇ ਖੁਲਾਸਿਆਂ ਨੇ ਇੱਕ ਤਖਤਾ ਪੁਖਤਾ ਕਰ ਦਿੱਤਾ ਹੈ ਕਿ ਸਿੱਧੂ ਨੂੰ ਆਪਣੇ ਤੇ ਮੰਡਰਾ ਰਹੇ ਇਸ ਖਤਰੇ ਦਾ ਅੰਦਾਜ਼ਾ ਪਹਿਲਾਂ ਤੋਂ ਹੀ ਸੀ। ਨਿਊਜ਼ 18 ਪੰਜਾਬ ਦੇ ਲਈ ਉਮੇਸ਼ ਸ਼ਰਮਾ ਦੀ ਰਿਪੋਰਟ।